किताब तूफाना दा शाह असवार शहीद करतार सिंह सराभा। लेखक सरदार अजमेर सिंह। भाग 23वां। आवाज़ भाई गुरजंट सिंह रूपोवाली। संघर्षशील वर्गां नाल राबता, गुरुद्वारा रकाबगंज साहिब दी कंध दा मसला, ਅੰਮ੍ਰਿਤਸਰ ਸਰੋਵਰ ਨੂੰ ਪਾਣੀ ਦੀ ਸਪਲਾਈ ਦਾ ਮਸਲਾ ਅਤੇ ਕਿਰਪਾਨ ਤੇ ਪਾਬੰਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ, ਕੈਨੇਡਾ ਤੇ ਟਾਪੂਆਂ ਅੰਦਰ ਗਦਰ ਪਾਰਟੀ ਵੱਲੋਂ ਦੇਸ਼ ਨੂੰ ਬਰਤਾਨਵੀ ਗੁਲਾਮੀ ਤੋਂ ਮੁਕਤ ਕਰਾਉਣ ਲਈ ਚਲਾਈ ਪ੍ਰਚਾਰ ਦੀ ਮੁਹਿੰਮ ਨੂੰ ਮਿਲੇ ਪਰਜੋਸ਼ ਹੁੰਗਾਰੇ ਦਾ ਇੱਕ ਵੱਡਾ ਕਾਰਨ ਇਹ ਸੀ ਕਿ ਇਹ ਪ੍ਰਚਾਰ ਹਵਾਈ ਨਹੀਂ ਸੀ। ਇਹ ਭਾਰਤੀ ਆਵਾਸੀਆਂ ਵੱਲੋਂ ਪਰਦੇਸਾਂ ਅੰਦਰ ਹੰਢਾਏ ਜਾ ਰਹੇ ਤਲਖ ਅਨੁਭਵ ਨਾਲ ਜੋੜ ਕੇ ਕੀਤਾ ਗਿਆ ਸੀ। ਲੋਕਾਂ ਦੇ ਠੋਸ ਮਸਲਿਆਂ ਨਾਲ ਜੋੜ ਕੇ ਕੀਤਾ ਗਿਆ ਪ੍ਰਚਾਰ ਹੀ ਵੱਧ ਕਾਰਗਰ ਹੁੰਦਾ ਹੈ। ਗਦਰ ਪਾਰਟੀ ਤੋਂ ਪਹਿਲਾਂ ਇੰਗਲੈਂਡ, ਸਵਿਟਜ਼ਰਲੈਂਡ, ਫਰਾਂਸ ਅਤੇ ਉੱਤਰੀ ਅਮਰੀਕਾ ਅੰਦਰ ਕੁਝ ਪੜ੍ਹੇ ਲਿਖੇ ਹਿੰਦੂ ਦੇਸ਼ ਭਗਤਾਂ ਕਈ ਸਾਲਾਂ ਤੋਂ ਦੇਸ਼ ਦੀ ਆਜ਼ਾਦੀ ਦਾ ਪ੍ਰਚਾਰ ਕਰ ਰਹੇ ਸਨ, ਪਰ ਉਹਨਾਂ ਦੇ ਰਾਜਸੀ ਪ੍ਰਭਾਵ ਦਾ ਦਾਇਰਾ ਸੀਮਿਤ ਹੀ ਰਿਹਾ। ਉਹਨਾਂ ਵਿੱਚੋਂ ਕੋਈ ਵੀ ਲੋਕਾਂ ਦੇ ਵਿਸ਼ਾਲ ਹਿੱਸਿਆਂ ਨੂੰ ਲਾਮਬੰਦ ਕਰਨ ਵਿੱਚ ਕਾਮਯਾਬ ਨਹੀਂ ਹੋ ਸਕਿਆ ਸੀ। ਕਾਰਨ ਇਹ ਸੀ ਕਿ ਉਹਨਾਂ ਦਾ ਪ੍ਰਾਪੇਗੰਡਾ ਜ਼ਿਆਦਾ ਅਮੂਰਤ ਹੀ ਸੀ, ਜਿਹੜਾ ਪੜ੍ਹੇ ਲਿਖੇ ਮੱਧ ਵਰਗ ਦੇ ਥੋੜ੍ਹੇ ਜਿਹੇ ਲੋਕਾਂ ਨੂੰ ਹੀ ਟੁੰਬ ਸਕਿਆ। ਇਸ ਦੀ ਤੁਲਨਾ ਵਿੱਚ ਗਦਰ ਪਾਰਟੀ ਨੇ ਥੋੜ੍ਹੇ ਜਿਹੇ ਅਰਸੇ ਵਿੱਚ ਹੀ ਪਰਦੇਸਾਂ ਅੰਦਰ ਲੋਕਾਂ ਨੂੰ ਵਿਆਪਕ ਪੈਮਾਨੇ ਤੇ ਆਜ਼ਾਦੀ ਦੇ ਸੰਗਰਾਮ ਲਈ ਲਾਮਬੰਦ ਕਰ ਲਿਆ ਸੀ। ਦੇਸ਼ ਅੰਦਰ ਵੀ ਗਦਰ ਪਾਰਟੀ ਨੇ ਇਹੀ ਰਾਜਸੀ ਤਰੀਕਾਕਾਰ ਅਪਣਾਇਆ। ਉਸ ਵੇਲੇ ਅੰਗਰੇਜ਼ ਸਰਕਾਰ ਵੱਲੋਂ ਸਿੱਖਾਂ ਦੇ ਧਾਰਮਿਕ ਮਾਮਲਿਆਂ ਅੰਦਰ ਕੀਤੀ ਜਾ ਰਹੀ ਦਖਲ ਅੰਦਾਜ਼ੀ ਕਾਰਨ ਸਿੱਖ ਜਗਤ ਅੰਦਰ ਬਸਤੀਵਾਦੀ ਸਰਕਾਰ ਵਿਰੁੱਧ ਤਿੱਖਾ ਰੋਸ ਪੈਦਾ ਹੋ ਗਿਆ ਸੀ। ਗਦਰ ਪਾਰਟੀ ਦੇ ਅੰਦਰ ਵੀ ਸਿੱਖਾਂ ਦੀ ਭਾਰੀ ਬਹੁਗਿਣਤੀ ਹੋਣ ਕਰਕੇ ਪਾਰਟੀ ਨੇ ਕੁਦਰਤੀ ਤੌਰ ਤੇ ਇਨ੍ਹਾਂ ਸੰਵੇਦਨਸ਼ੀਲ ਮਸਲਿਆਂ ਉੱਤੇ ਅੰਗਰੇਜ਼ ਸਰਕਾਰ ਵਿਰੁੱਧ ਪ੍ਰਾਪੇਗੰਡੇ ਦੀ ਵਿਆਪਕ ਮੁਹਿੰਮ ਚਲਾਉਣ ਅਤੇ ਇਸ ਦੇ ਜ਼ਰੀਏ ਸਿੱਖਾਂ ਨੂੰ ਬਸਤੀਵਾਦੀ ਹਕੂਮਤ ਵਿਰੁੱਧ ਹਥਿਆਰਬੰਦ ਬਗਾਵਤ ਲਈ ਉਭਾਰਨ ਦਾ ਸਹੀ ਰਾਜਨੀਤਿਕ ਪੈਂਤੜਾ ਅਪਣਾਇਆ। ਇਹ ਮਸਲੇ ਹੇਠ ਲਿਖੇ ਅਨੁਸਾਰ ਸਨ। ਊੜਾ, ਗੁਰਦੁਆਰਾ ਰਕਾਬਗੰਜ ਦੀ ਕੰਧ ਦਾ ਮਸਲਾ। ਗੁਰਦੁਆਰਾ ਰਕਾਬਗੰਜ ਸਾਹਿਬ ਉਹ ਪਵਿੱਤਰ ਅਸਥਾਨ ਹੈ ਜਿੱਥੇ ਸੰਨ 1675 ਵਿੱਚ ਔਰੰਗਜ਼ੇਬ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਧੜ ਦਾ ਅੰਤਮ ਸੰਸਕਾਰ ਭਾਈ ਲੱਖੀ ਸ਼ਾਹ ਵਣਜ਼ਾਰਾ ਨੇ ਕੀਤਾ ਸੀ। 12 ਮਿਸਲਾਂ ਦੇ ਸਮੇਂ ਜਦ ਸਰਦਾਰ ਬਘੇਲ ਸਿੰਘ ਤੇ ਸਿੱਖ ਸਰਦਾਰਾਂ ਨੇ ਦਿੱਲੀ ਤੇ ਕਬਜ਼ਾ ਕੀਤਾ, ਉਦੋਂ ਗੌਹਰ ਸ਼ਾਹ ਆਲਮ ਸਾਨੀ ਨੂੰ ਆਖ ਕੇ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਕੋਤਵਾਲੀ ਦੇ ਪਾਸ, ਜਿੱਥੇ 9ਵੇਂ ਸਤਿਗੁਰ ਦਾ ਸੀਸ ਕੱਟਿਆ ਗਿਆ ਸੀ, ਗੁਰਦੁਆਰਾ ਸੀਸਗੰਜ ਤੇ ਰਾਏ ਸੀਨੇ ਵਿੱਚ ਧੜ ਦੇ ਅੰਤਮ ਸੰਸਕਾਰ ਵਾਲੀ ਜਗ੍ਹਾ ਗੁਰਦੁਆਰਾ ਰਕਾਬਗੰਜ ਬਣਾਇਆ ਗਿਆ ਸੀ। ਰਕਾਬਗੰਜ ਇੱਕ ਮੁਹੱਲੇ ਦਾ ਨਾਂ ਸੀ ਜਿੱਥੇ ਮੁਗਲਾਂ ਦੇ ਘੋੜੇ ਵੱਜਦੇ ਸਨ। ਸੰਨ 1911 ਵਿੱਚ ਅੰਗਰੇਜ਼ ਹਕੂਮਤ ਨੇ ਕਲਕੱਤੇ ਨੂੰ ਛੱਡ ਕੇ ਦਿੱਲੀ ਨੂੰ ਰਾਜਧਾਨੀ ਬਣਾ ਲਿਆ। ਉਦੋਂ ਰਾਏ ਸੀਨੇ ਵਿੱਚ ਗੁਰਦੁਆਰਾ ਰਕਾਬਗੰਜ ਦੇ ਪਾਸ ਵਾਇਸਰੀਗਲ ਲਾਜ ਵਾਇਸਰਾਏ ਦਾ ਮਹਿਲ ਬਣਾਉਣ ਦੀ ਤਜਵੀਜ਼ ਕੀਤੀ ਗਈ। ਗੁਰਦੁਆਰੇ ਦੇ ਇੱਕ ਪਾਸੇ ਸ਼ਿਪਦੀ ਵੱਲ ਨੂੰ ਵਾਇਸਰਾਏ ਦਾ ਮਹਿਲ ਬਣਾਇਆ ਗਿਆ ਅਤੇ ਸਾਹਮਣੇ ਪਾਸੇ ਅਸੈਂਬਲੀ ਹਾਲ ਬਣਾਇਆ ਗਿਆ। ਇਹਨਾਂ ਇਮਾਰਤਾਂ ਦੇ ਬਣਾਉਣ ਲਈ ਸਰਕਾਰ ਨੇ ਜਗ੍ਹਾ ਹਾਸਲ ਕਰਨ ਵਾਸਤੇ ਗੁਰਦੁਆਰੇ ਦੀ ਕੰਧ ਢਾਉਣ ਦਾ ਫੈਸਲਾ ਕਰ ਲਿਆ। 1912 ਵਿੱਚ ਸਰਕਾਰ ਨੇ ਲੈਂਡ ਐਕਿਊਜੇਸ਼ਨ ਐਕਟ ਅਨੁਸਾਰ ਗੁਰਦੁਆਰਾ ਰਕਾਬਗੰਜ ਦੇ ਮਹੰਤ ਪਾਸੋਂ ਬਾਹਰਲੀ ਕੰਧ ਤੇ ਗੁਰਦੁਆਰੇ ਦੇ ਵਿਚਕਾਰ ਦੀ ਸਾਰੀ ਜ਼ਮੀਨ ਲੈ ਲਈ। 1914 ਵਿੱਚ ਸਰਕਾਰ ਨੇ ਗੁਰਦੁਆਰੇ ਦੀ ਬਾਹਰਲੀ ਕੰਧ ਦਾ ਕੁਝ ਹਿੱਸਾ ਗਿਰਾ ਦਿੱਤਾ। ਇਸ ਨਾਲ ਸਿੱਖ ਜਗਤ ਅੰਦਰ ਰੋਸ ਦੀ ਲਹਿਰ ਪੈਦਾ ਹੋ ਗਈ। ਚੀਫ ਖਾਲਸਾ ਦੀਵਾਨ ਦੇ ਆਗੂਆਂ ਨੇ ਆਪਣੀ ਸਰਕਾਰ ਪੂਜ ਬਿਰਤੀ ਕਰਕੇ ਅੰਗਰੇਜ਼ ਹਕੂਮਤ ਨਾਲ ਸਮਝੌਤੇ ਦਾ ਰੁਖ ਅਖਤਿਆਰ ਕਰ ਲਿਆ ਸੀ, ਪਰ ਸਿੱਖ ਸੰਗਤਾਂ ਨੇ ਸਰਕਾਰ ਨਾਲ ਇਸ ਮਸਲੇ ਤੇ ਕੋਈ ਵੀ ਸਮਝੌਤਾ ਕਰਨ ਤੋਂ ਦ੍ਰਿੜ ਇਨਕਾਰ ਕਰ ਦਿੱਤਾ। ਸਰਦਾਰ ਹਰਚੰਦ ਸਿੰਘ ਰਾਈਸ ਲਾਇਲਪੁਰ ਦਿੱਲੀ ਗਏ ਤੇ ਉਹਨਾਂ ਸਾਰੇ ਹਾਲਾਤ ਦੇਖ ਕੇ ਉਰਦੂ ਵਿੱਚ ਇੱਕ ਪੈਂਫਲੇਟ ਛਾਪਿਆ, ਮੈਂ ਦਿੱਲੀ ਕਿਉਂ ਗਿਆ।
6 ਮਈ 1914 ਨੂੰ ਅੰਮ੍ਰਿਤਸਰ ਟਾਊਨ ਹਾਲ ਵਿੱਚ ਚੀਫ ਖਾਲਸਾ ਦੀਵਾਨ ਵੱਲੋਂ ਇੱਕ ਇਕੱਠ ਕੀਤਾ ਗਿਆ, ਜਿਸ ਵਿੱਚ ਇਸ ਭਾਵ ਦਾ ਮਤਾ ਪਾਸ ਕੀਤਾ ਗਿਆ ਕਿ ਜੇਕਰ ਸਰਕਾਰ ਗੁਰਦੁਆਰੇ ਦੀ ਮੱਲੀ ਜ਼ਮੀਨ ਦੇ ਇਵਜ਼ ਵਿੱਚ ਕਿਸੇ ਹੋਰ ਜਗ੍ਹਾ ਜ਼ਮੀਨ ਦੇਣ ਦਾ ਵਾਅਦਾ ਕਰਦੀ ਹੈ ਤਾਂ ਸਰਕਾਰ ਨਾਲ ਇਸ ਮਸਲੇ ਤੇ ਸਮਝੌਤਾ ਕਰ ਲੈਣ ਵਿੱਚ ਕੋਈ ਹਰਜ ਨਹੀਂ। ਦੂਜੇ ਪਾਸੇ ਆਮ ਸੰਗਤਾਂ ਵਿੱਚ ਕੰਧ ਢਾਏ ਜਾਣ ਵਿਰੁੱਧ ਰੋਸ ਤੇ ਗੁੱਸਾ ਫੈਲਿਆ ਹੋਇਆ ਸੀ। ਇਸ ਲਈ 31 ਮਈ 1914 ਨੂੰ ਲੰਘੇ ਮੰਡੀ ਲਾਹੌਰ ਵਿੱਚ ਬੜਾ ਭਾਰਾ ਦੀਵਾਨ ਹੋਇਆ। ਦੀਵਾਨ ਪੂਰੇ ਜੋਸ਼ ਵਾਲੇ ਮਾਹੌਲ ਵਿੱਚ ਹੋਇਆ। ਸਰਦਾਰ ਹਰਚੰਦ ਸਿੰਘ ਲਾਇਲਪੁਰੀ ਨੇ ਤਕਰੀਰ ਕਰਦਿਆਂ ਕਿਹਾ, ਖਾਲਸਾ ਜੀ, ਆਪਣੇ ਸਿਰਾਂ ਨੂੰ ਕਦੋਂ ਤੱਕ ਲੁਕੋ ਕੇ ਰੱਖੋਗੇ? ਇਸ ਦੀਵਾਨ ਵਿੱਚ ਸ਼ਾਮਲ ਹੋਣ ਵਾਲੇ ਪ੍ਰਸਿੱਧ ਸਿੰਘਾਂ ਤੇ ਜਥਿਆਂ ਦੇ ਨਾਮ ਇਹ ਹਨ: ਮਾਸਟਰ ਸੁੰਦਰ ਸਿੰਘ ਲਾਇਲਪੁਰੀ ਤੇ ਉਹਨਾਂ ਦੇ ਸਾਥੀ ਸੱਜਣ, ਸਰਦਾਰ ਹਰਚੰਦ ਸਿੰਘ ਤੇ ਉਹਨਾਂ ਦੇ ਸਾਥੀ ਭਾਈ ਜਵੰਦ ਸਿੰਘ ਜੀ, ਨਿਹੰਗ ਪਿੰਡ ਠੱਠਾ, ਜ਼ਿਲ੍ਹਾ ਅੰਮ੍ਰਿਤਸਰ, ਆਪਣੇ ਜਥੇ ਸਮੇਤ ਭਾਈ ਰਣਧੀਰ ਸਿੰਘ ਜੀ, ਜਥੇ ਸਮੇਤ ਮਾਸਟਰ ਮੋਤਾ ਸਿੰਘ ਜੀ, ਮਾਲਵਾ ਖਾਲਸਾ ਹਾਈ ਸਕੂਲ ਦੇ ਪ੍ਰਬੰਧਕ ਤੇ ਸਟਾਫ, ਭੁਜੰਗੀ ਸਭਾ ਲੁਧਿਆਣਾ ਦੇ ਵਰਕਰ ਆਦਿ। ਇਹ ਸਾਰੇ ਜਥੇ ਵਰਗ ਤੇ ਵਿਅਕਤੀ ਗਦਰੀ ਸੰਗਰਾਮੀਆਂ ਦੇ ਯੁੱਧ ਸੰਗੀ ਸਨ। ਇਸ ਤੋਂ ਪਿੱਛੋਂ ਪੱਟੀ ਖੰਨਾ, ਭਸੌੜ ਤੇ ਹੋਰ ਕਈਆਂ ਥਾਵਾਂ ਤੇ ਦੀਵਾਨ ਹੋਏ ਅਤੇ ਸਰਕਾਰ ਦੀ ਧੱਕੇਸ਼ਾਹੀ ਦਾ ਮੂੰਹ ਤੋੜਵਾਂ ਜਵਾਬ ਦੇਣ ਦੇ ਸੰਕਲਪ ਕੀਤੇ ਗਏ। ਪਰ ਅੰਗਰੇਜ਼ ਹਕੂਮਤ ਨੇ ਇਸ ਨੂੰ ਆਪਣੇ ਵਕਾਰ ਦਾ ਸਵਾਲ ਬਣਾ ਲਿਆ ਅਤੇ ਸਿੱਖਾਂ ਅੰਦਰਲੇ ਆਪਣੇ ਹਮਾਇਤੀਆਂ ਦੀ ਮਦਦ ਨਾਲ ਸਿੱਖ ਪੰਥ ਨੂੰ ਸਮਝੌਤੇ ਲਈ ਰਜ਼ਾਮੰਦ ਕਰਨ ਦੇ ਯਤਨ ਜਾਰੀ ਰਹੇ। ਪਰੰਤੂ ਰੋਹ ਵਿੱਚ ਆਏ ਸਿੱਖ ਭਾਈਚਾਰੇ ਨੇ ਸਰਕਾਰ ਦੇ ਹਮਾਇਤੀਆਂ ਦੀ ਇੱਕ ਨਾ ਚੱਲਣ ਦਿੱਤੀ। ਗੁਰਦੁਆਰਾ ਸੁਧਾਰ ਲਹਿਰ ਦੇ ਚੱਲਣ ਪਰ ਇਹ ਮਸਲਾ ਤਿੱਖੀ ਸ਼ਕਲ ਅਖਤਿਆਰ ਕਰ ਗਿਆ। ਅਪ੍ਰੈਲ 1921 ਵਿੱਚ ਸਰਦਾਰ ਸਰਦੂਲ ਸਿੰਘ ਕਵੀਸ਼ਰ ਨੇ ਗੁਰਦੁਆਰੇ ਦੀ ਗਰਾਈ ਗਈ ਕੰਧ ਨੂੰ ਮੁੜ ਉਸਾਰਨ ਵਾਸਤੇ ਪੰਥ ਨੂੰ ਕੁਰਬਾਨੀਆਂ ਕਰਨ ਦਾ ਸੱਦਾ ਦਿੱਤਾ। ਇਸ ਵਾਸਤੇ ਅਖਬਾਰ ਵਿੱਚ ਇਹ ਅਪੀਲ ਕੀਤੀ ਗਈ ਕਿ 100 ਸਿੰਘ ਜਿਹੜੇ ਇਸ ਮਸਲੇ ਤੇ ਆਪਣੇ ਸਿਰ ਵਾਰਨ ਲਈ ਤਿਆਰ ਹਨ, ਉਹ ਆਪਣੇ ਨਾਂ ਦਰਜ ਕਰਾ ਦੇਣ। ਇਸ ਨਾਲ ਪੰਥ ਅੰਦਰ ਕੁਰਬਾਨੀ ਦਾ ਅਜਿਹਾ ਜਜ਼ਬਾ ਪੈਦਾ ਹੋਇਆ ਕਿ ਕਈ ਸੌ ਸਿੰਘਾਂ ਨੇ ਆਪਣੇ ਨਾਂ ਪੇਸ਼ ਕਰ ਦਿੱਤੇ। ਸਿੱਖਾਂ ਦੇ ਰੋਹ ਨੂੰ ਭਾਵਦਿਆਂ ਸਰਕਾਰ ਨੇ 28 ਅਪ੍ਰੈਲ 1921 ਨੂੰ ਆਪਣੇ ਖਰਚ ਤੇ ਗੁਰਦੁਆਰਾ ਰਕਾਬਗੰਜ ਦੀ ਕੰਧ ਬਣਾ ਦਿੱਤੀ। ਇਸ ਤਰ੍ਹਾਂ 7 ਸਾਲ ਦੇ ਸੰਘਰਸ਼ ਬਾਅਦ ਇਹ ਮੋਰਚਾ ਫਤਿਹ ਹੋ ਗਿਆ। ਭਾਗ ਐੜਾ ਅੰਮ੍ਰਿਤਸਰ ਸਰੋਵਰ ਨੂੰ ਪਾਣੀ ਦੀ ਸਪਲਾਈ ਦਾ ਮਸਲਾ। 18ਵੀਂ ਸਦੀ ਵਿੱਚ ਸਾਧੂ ਸੰਤੋਖ ਦਾਸ ਤੇ ਪ੍ਰੀਤਮ ਦਾਸ ਨੇ ਦਰਬਾਰ ਸਾਹਿਬ ਸਰੋਵਰ ਵਿੱਚ ਰਾਵੀ ਦਾ ਪਾਣੀ ਲਿਜਾਣ ਲਈ ਇੱਕ ਹੰਸਲੀ ਕੱਸੀ ਸੂਆ ਦੀ ਸੇਵਾ ਕਰਵਾਈ ਸੀ। ਇਸ ਰਾਹੀਂ ਰਾਵੀ ਦਰਿਆ ਦਾ ਪਾਣੀ ਸਰੋਵਰ ਵਿੱਚ ਪਾਇਆ ਜਾਂਦਾ ਸੀ। ਅਗਸਤ 1914 ਵਿੱਚ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਮਿਸਟਰ ਕੰਗ ਨੇ ਆਪ ਹੁਦਰੇ ਢੰਗ ਨਾਲ ਹੰਸਲੀ ਦਾ ਪਾਣੀ ਸਰੋਵਰ ਵਿੱਚ ਪਾਉਣਾ ਬੰਦ ਕਰ ਦਿੱਤਾ ਅਤੇ ਇਸ ਦੀ ਥਾਵੇਂ ਇੱਕ ਟਿਊਬਲ ਦਾ ਪਾਣੀ ਪਾਉਣ ਦਾ ਫੈਸਲਾ ਕੀਤਾ। ਸਿੱਖਾਂ ਅੰਦਰ ਕਿਉਂਕਿ ਰਕਾਬਗੰਜ ਗੁਰਦੁਆਰੇ ਦੇ ਮਸਲੇ ਕਰਕੇ ਪਹਿਲਾਂ ਹੀ ਸਰਕਾਰ ਦੇ ਵਿਰੁੱਧ ਤਕੜਾ ਰੋਸ ਸੀ, ਇਸ ਲਈ ਉਹਨਾਂ ਨੇ ਡਿਪਟੀ ਕਮਿਸ਼ਨਰ ਦੇ ਇਸ ਫੈਸਲੇ ਨੂੰ ਆਪਣੇ ਪਰਮ ਪਵਿੱਤਰ ਧਾਰਮਿਕ ਕੇਂਦਰ ਦੇ ਮਾਮਲੇ ਵਿੱਚ ਇੱਕ ਹੋਰ ਅਣਚਾਹੀ ਸਰਕਾਰੀ ਦਖਲ ਅੰਦਾਜ਼ੀ ਸਮਝਿਆ। ਇਸ ਮਸਲੇ ਤੇ ਤਕੜਾ ਸਰਕਾਰ ਵਿਰੋਧੀ ਪ੍ਰਾਪੇਗੰਡਾ ਚੱਲਿਆ। ਭਾਗ ਈੜੀ ਕਿਰਪਾਨ ਤੇ ਪਾਬੰਦੀ। ਕਿਰਪਾਨ ਸਿੱਖਾਂ ਦਾ ਧਾਰਮਿਕ ਚਿੰਨ੍ਹ ਹੈ, ਪਰ ਸਿੱਖ ਰਾਜ ਦੇ ਖਾਤਮੇ ਤੋਂ ਬਾਅਦ ਅੰਗਰੇਜ਼ ਸਰਕਾਰ ਨੇ ਲੋਕਾਂ ਤੋਂ ਸਾਰੇ ਹਥਿਆਰ ਜ਼ਬਤ ਕਰ ਲਏ ਸਨ ਅਤੇ ਸਿੱਖਾਂ ਦੇ ਕਿਰਪਾਨ ਰੱਖਣ ਉੱਤੇ ਬੰਦਸ਼ ਲਾ ਦਿੱਤੀ ਸੀ। ਪਰ ਬੁੱਢਾ ਦਲ ਦੇ ਨਿਹੰਗ ਸਿੰਘ ਰਵਾਇਤ ਦੇ ਮੁਤਾਬਕ ਆਪਣੇ ਪਾਸ ਕਿਰਪਾਨ, ਸਫਾ ਜੰਗ ਤੇ ਨੇਜ਼ੇ ਆਦਿ ਸ਼ਸਤਰ ਰੱਖਿਆ ਕਰਦੇ ਸਨ। ਪੁਲਿਸ ਕਿਰਪਾਨ ਵਾਲੇ ਸਿੰਘਾਂ ਨੂੰ ਟੋਕਾ ਟਾਕੀ ਕਰਿਆ ਕਰਦੀ ਸੀ। ਇੱਕ ਵਾਰ ਅੰਮ੍ਰਿਤਸਰ ਭਗਤਾਂ ਵਾਲੇ ਸਟੇਸ਼ਨ ਤੇ ਨਿਹੰਗ ਸਿੰਘਾਂ ਦਾ ਜਥਾ ਉਤਰਿਆ। ਉਹਨਾਂ ਪਾਸ ਕਿਰਪਾਨਾਂ ਤੇ ਹੋਰ ਸ਼ਸਤਰ ਦੇਖ ਕੇ ਪੁਲਿਸ ਨੇ ਉਹਨਾਂ ਨੂੰ ਰੋਕਿਆ। ਇਸ ਗੱਲ ਤੇ ਨਿਹੰਗ ਸਿੰਘਾਂ ਦਾ ਪੁਲਿਸ ਨਾਲ ਝਗੜਾ ਹੋ ਗਿਆ। ਪੁਲਿਸ ਨੇ ਇੱਕ ਨਿਹੰਗ ਸਿੰਘ ਨੂੰ ਕਿਰਪਾਨ ਰੱਖਣ ਦੇ ਦੋਸ਼ ਹੇਠ ਗ੍ਰਿਫਤਾਰ ਕਰ ਲਿਆ। ਇਸੇ ਤਰ੍ਹਾਂ ਕੁਝ ਹੋਰ ਸਿੰਘ ਵੀ ਵੱਖ-ਵੱਖ ਥਾਵੀਂ ਗ੍ਰਿਫਤਾਰ ਕੀਤੇ ਗਏ। ਚੀਫ ਖਾਲਸਾ ਦੀਵਾਨ ਤੇ ਸਿੱਖ ਸੰਗਤਾਂ ਨੇ ਇਸ ਨੂੰ ਧਾਰਮਿਕ ਆਜ਼ਾਦੀ ਉੱਤੇ ਹਮਲਾ ਕਹਿ ਕੇ ਅੰਮ੍ਰਿਤਸਰ ਦੀ ਅਦਾਲਤ ਵਿੱਚ ਸਰਕਾਰ ਦੀ ਇਸ ਕਾਰਵਾਈ ਦੇ ਵਿਰੁੱਧ ਮੁਕੱਦਮਾ ਦਾਇਰ ਕਰ ਦਿੱਤਾ।
ਮੈਜਿਸਟ੍ਰੇਟ ਨੇ ਫੈਸਲਾ ਸਿੱਖਾਂ ਦੇ ਹੱਕ ਵਿੱਚ ਦੇ ਦਿੱਤਾ, ਪਰ ਇਸ ਦੇ ਬਾਵਜੂਦ ਅਲੱਗ-ਅਲੱਗ ਥਾਵਾਂ ਤੇ ਸਿੰਘਾਂ ਨੂੰ ਕਿਰਪਾਨ ਰੱਖਣ ਕਰਕੇ ਤੰਗ ਕੀਤਾ ਜਾਂਦਾ ਰਿਹਾ। ਇੱਕ ਵਾਰ ਲੁਧਿਆਣੇ ਭਾਈ ਰਣਧੀਰ ਸਿੰਘ ਜੀ ਨੂੰ ਪੁਲਿਸ ਨੇ ਰੋਕਿਆ ਅਤੇ ਕਿਰਪਾਨ ਧਾਰਨ ਕਰਨ ਉੱਤੇ ਤਿੱਖਾ ਉਜ਼ਰ ਕੀਤਾ। ਫਿਰ ਅਕੇਰਾ ਅੰਮ੍ਰਿਤਸਰ ਸਟੇਸ਼ਨ ਤੇ 3-4 ਪੁਲਿਸੀਆਂ ਨੇ ਰਲ ਕੇ ਭਾਈ ਰਣਧੀਰ ਸਿੰਘ ਕੋਲੋਂ ਸਫਾ ਜੰਗ ਖੋਹਣ ਦੀ ਅਸਫਲ ਕੋਸ਼ਿਸ਼ ਕੀਤੀ। ਜਦ ਇਉਂ ਸਿੱਖਾਂ ਨੂੰ ਕਿਰਪਾਨ ਧਾਰਨ ਕਰਕੇ ਮੁਸ਼ਕਲਾਂ ਪੇਸ਼ ਆਉਣ ਲੱਗੀਆਂ ਤਾਂ ਕਿਰਪਾਨ ਦੇ ਆਜ਼ਾਦ ਕਰਵਾਉਣ ਦਾ ਸਵਾਲ ਉੱਠਿਆ। ਸਾਰੀਆਂ ਸਿੰਘ ਸਭਾਵਾਂ, ਖਾਲਸਾ ਦੀਵਾਨਾਂ ਤੇ ਹੋਰ ਪੰਥਕ ਜਥੇਬੰਦੀਆਂ ਨੇ ਸਰਕਾਰ ਨੂੰ ਮਤੇ ਪੇਸ਼ ਕਰਕੇ ਭੇਜੇ ਕਿ ਕਿਰਪਾਨ ਸਿੱਖਾਂ ਦਾ ਧਾਰਮਿਕ ਚਿੰਨ੍ਹ ਹੈ ਤੇ ਇਸ ਉੱਤੇ ਪਾਬੰਦੀ ਲਾਉਣਾ ਸਿੱਖਾਂ ਦੀ ਧਾਰਮਿਕ ਆਜ਼ਾਦੀ ਉੱਤੇ ਹਮਲਾ ਹੈ। ਸੂਬਾ ਪੱਧਰ ਤੇ ਯੂਪੀ ਆਦਿ ਤੋਂ ਲੈ ਕੇ ਬਰਮਾ ਤੱਕ ਸਿੱਖਾਂ ਨੇ ਕਿਰਪਾਨ ਰੱਖਣ ਦੀ ਖੁੱਲ੍ਹ ਹਾਸਲ ਕਰਨ ਲਈ ਕਾਨੂੰਨੀ ਲੜਾਈਆਂ ਲੜੀਆਂ। ਪੰਜਾਬ ਕੌਂਸਲ ਵਿੱਚ ਸਿੱਖ ਮੈਂਬਰਾਂ ਵੱਲੋਂ ਸਰਦਾਰ ਗੱਜਣ ਸਿੰਘ ਵਕੀਲ ਲੁਧਿਆਣਾ ਨੇ ਕਿਰਪਾਨ ਦੀ ਆਜ਼ਾਦੀ ਸੰਬੰਧੀ ਮਤਾ ਪੇਸ਼ ਕੀਤਾ। ਲੰਬੀ ਕਸ਼ਮਕਸ਼ ਤੋਂ ਬਾਅਦ ਸਰਕਾਰ ਹਿੰਦ ਨੇ 11 ਮਈ 1917 ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਸਿੱਖਾਂ ਲਈ ਸਾਰੇ ਬਰਤਾਨੀਆ, ਹਿੰਦੁਸਤਾਨ ਤੇ ਬਰਮਾ ਵਿੱਚ ਕਿਰਪਾਨ ਰੱਖਣ ਦੀ ਖੁੱਲ੍ਹ ਦੇ ਦਿੱਤੀ। ਕੁਝ ਨਾਮਵਰ ਸਿੱਖ ਹਸਤੀਆਂ ਤੇ ਸੰਸਥਾਵਾਂ ਜਿਵੇਂ ਰਾਈਸ ਹਰਚੰਦ ਸਿੰਘ ਲਾਇਲਪੁਰੀ, ਸਰਦਾਰ ਤੇਜਾ ਸਿੰਘ ਸਮੁੰਦਰੀ, ਭਾਈ ਰਣਧੀਰ ਸਿੰਘ ਨਾਰੰਗਵਾਲ ਦਾ ਜਥਾ, ਨਿਹੰਗ ਜਵੰਦ ਸਿੰਘ ਠੱਠਾ ਪੱਟੀ ਦਾ ਜਥਾ ਅਤੇ ਲੋਹਟ ਬੱਦੀ ਦੇ ਪਸੌੜੀਏ ਆਦਿ ਨੇ ਇਨ੍ਹਾਂ ਸੰਵੇਦਨਸ਼ੀਲ ਮੁੱਦਿਆਂ ਨੂੰ ਲੈ ਕੇ ਅੰਗਰੇਜ਼ ਸਰਕਾਰ ਵਿਰੁੱਧ ਪ੍ਰਚਾਰ ਦੀ ਜੋਸ਼ੀਲੀ ਮੁਹਿੰਮ ਚਲਾ ਰੱਖੀ ਸੀ। ਗਦਰੀ ਸੰਗਰਾਮੀਆਂ ਵਿਰੁੱਧ ਮੁਕੱਦਮਿਆਂ ਦੀਆਂ ਸਰਕਾਰੀ ਦਸਤਾਵੇਜ਼ ਅਜਿਹੀਆਂ ਕਈ ਮੀਟਿੰਗਾਂ ਜਿਵੇਂ ਲੋਹਟ ਬੱਦੀ, ਖੰਨਾ, ਚਮਕੌਰ ਸਾਹਿਬ ਆਦਿ ਦਾ ਜ਼ਿਕਰ ਆਉਂਦਾ ਹੈ, ਜਿੱਥੇ ਇਨ੍ਹਾਂ ਧਾਰਮਿਕ ਮਸਲਿਆਂ ਨੂੰ ਲੈ ਕੇ ਅੰਗਰੇਜ਼ ਸਰਕਾਰ ਦੀ ਤਿੱਖੀ ਮੁਖਾਲਫਤ ਕੀਤੀ ਗਈ ਅਤੇ ਇਨ੍ਹਾਂ ਮੀਟਿੰਗਾਂ ਵਿੱਚ ਹਾਜ਼ਰ ਬਹੁਤ ਸਾਰੇ ਸਿੰਘਾਂ ਨੇ ਬਾਅਦ ਵਿੱਚ ਗਦਰ ਪਾਰਟੀ ਨਾਲ ਰਲ ਕੇ ਬਸਤੀਵਾਦੀ ਰਾਜ ਵਿਰੁੱਧ ਬਗਾਵਤ ਕਰਨ ਦੇ ਯਤਨਾਂ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਸੀ। ਅੱਸੂ ਦੇ ਮਹੀਨੇ ਵਿੱਚ ਖੰਨਾ ਵਿਖੇ ਸਰਦਾਰ ਇੰਦਰ ਸਿੰਘ ਦੇ ਘਰ ਭਾਈ ਰਣਧੀਰ ਸਿੰਘ ਦੇ ਜਥੇ ਦੀ ਮੀਟਿੰਗ ਹੋਈ ਸੀ, ਜਿਸ ਵਿੱਚ ਰਕਾਬਗੰਜ ਅਤੇ ਸਰੋਵਰ ਦੇ ਪਾਣੀ ਦੇ ਮਸਲੇ ਤੇ ਅੰਗਰੇਜ਼ ਸਰਕਾਰ ਵਿਰੁੱਧ ਤਿੱਖਾ ਗੁੱਸਾ ਪ੍ਰਗਟਾਇਆ ਗਿਆ ਸੀ। ਇਸੇ ਤਰ੍ਹਾਂ ਲੋਹਟ ਬੱਦੀ ਵਿਖੇ 8 ਮਾਘ 20 ਜਨਵਰੀ 1915 ਅਤੇ 17 ਮਾਘ 29 ਜਨਵਰੀ ਨੂੰ ਉੱਪਰ ਥੱਲੀ 2 ਮੀਟਿੰਗਾਂ ਹੋਈਆਂ, ਜਿਨ੍ਹਾਂ ਵਿੱਚ ਅੰਗਰੇਜ਼ ਸਰਕਾਰ ਦੀ ਕਰੜੀ ਨੁਕਤਾਚੀਨੀ ਕੀਤੀ ਗਈ। ਸਰਦਾਰ ਜਗਜੀਤ ਸਿੰਘ ਨੇ ਗਦਰ ਪਾਰਟੀ ਲਹਿਰ ਦਾ ਇਤਿਹਾਸ ਵਿੱਚ ਸਰਕਾਰੀ ਦਸਤਾਵੇਜ਼ਾਂ ਦੇ ਹਵਾਲਿਆਂ ਨਾਲ ਇਸ ਤੱਥ ਦਾ ਜ਼ਿਕਰ ਕੀਤਾ ਹੈ, ਭਾਈ ਰਣਧੀਰ ਸਿੰਘ ਅਤੇ ਉਹਨਾਂ ਦੇ ਆਦਮੀ ਕਈ ਥਾਈਂ ਮੀਟਿੰਗਾਂ ਕਰਦੇ ਰਹੇ, ਜਿੱਥੇ ਰਕਾਬਗੰਜ ਦੇ ਮਾਮਲੇ ਬਾਰੇ ਅੰਗਰੇਜ਼ਾਂ ਦੇ ਬਰਫ਼ ਖਿਲਾਫ ਲੈਕਚਰ ਹੁੰਦੇ ਰਹੇ। ਗਦਰ ਪਾਰਟੀ ਦੇ ਇਨਕਲਾਬੀਆਂ ਨਾਲ ਸੰਬੰਧ ਪੈਦਾ ਹੋਣ ਦਾ ਸਭ ਤੋਂ ਪਹਿਲਾ ਜ਼ਿਕਰ 7 ਪੋ 19 ਦਸੰਬਰ 1914 ਨੂੰ ਚਮਕੌਰ ਸਾਹਿਬ ਵਿੱਚ ਹੋਈ ਮੀਟਿੰਗ ਵਿੱਚ ਆਇਆ। ਭਾਈ ਰਣਧੀਰ ਸਿੰਘ ਨੇ ਮੀਟਿੰਗ ਨੂੰ ਦੱਸਿਆ ਕਿ ਇੱਕ ਕਮੇਟੀ ਕਾਇਮ ਕੀਤੀ ਗਈ ਹੈ, ਜਿਸ ਨੇ ਗੁਰੂ ਗ੍ਰੰਥ ਸਾਹਿਬ ਤੋਂ ਇਹ ਵਾਕ ਲੈ ਕੇ ਫੈਸਲਾ ਕੀਤਾ ਹੈ ਕਿ ਜੇ ਰਕਾਬਗੰਜ ਨੂੰ ਢਾਇਆ ਜਾਵੇ ਤਾਂ ਸ਼ਹੀਦੀਆਂ ਪਾਈਆਂ ਜਾਣ। ਭਾਈ ਰਣਧੀਰ ਸਿੰਘ ਨੇ ਇਹ ਵੀ ਦੱਸਿਆ ਕਿ ਗਦਰ ਪਾਰਟੀ ਦੇ 2 ਆਦਮੀ ਹੋਣ ਵਾਲੇ ਇਨਕਲਾਬ ਵਾਸਤੇ ਆਦਮੀ ਲੈਣ ਲਈ ਉਹਨਾਂ ਰਣਧੀਰ ਸਿੰਘ ਪਾਸ ਆਏ ਸਨ ਅਤੇ ਗਦਰ ਪਾਰਟੀ ਦੇ ਆਦਮੀਆਂ ਨਾਲ ਸਰਹੰਦ ਮਿਲਣ ਦਾ ਪ੍ਰਬੰਧ ਕੀਤਾ ਗਿਆ। ਭਾਈ ਰਣਧੀਰ ਸਿੰਘ ਦੇ ਜਥੇ ਦੇ ਇੱਕ ਅਹਿਮ ਮੈਂਬਰ ਗਿਆਨੀ ਹਰਭਜਨ ਸਿੰਘ ਚਮਿੰਡਾ ਨੇ ਆਪਣੀ ਸਵੈ ਜੀਵਨ ਵਿੱਚ ਦੱਸਿਆ ਹੈ ਕਿ ਜਿਸ ਸਮੇਂ ਦੌਰਾਨ ਗੁਰਦੁਆਰਾ ਰਕਾਬਗੰਜ ਦੀ ਕੰਧ ਢਾਏ ਜਾਣ ਦੇ ਵਿਰੁੱਧ ਐਜੀਟੇਸ਼ਨ ਚੱਲ ਰਹੀ ਸੀ ਤਾਂ ਇੰਨੀ ਦਿਨੀ ਅਮਰੀਕਾ ਵਾਲੇ ਗਦਰੀ ਵੀਰ ਕਰਤਾਰ ਸਿੰਘ ਸਰਾਭਾ, ਭਾਈ ਨਿਧਾਨ ਸਿੰਘ ਚੋਗਾ, ਭਾਈ ਉੱਤਮ ਸਿੰਘ ਹਾਂਸ, ਭਾਈ ਗਾਂਧਾ ਸਿੰਘ ਕੱਚਰਪਨ ਤਹਿਸੀਲ ਜ਼ੀਰਾ ਤੇ ਭਾਈ ਅਰਜਨ ਸਿੰਘ ਖੁਖਰਾਨਾ ਜ਼ਿਲ੍ਹਾ ਫਿਰੋਜ਼ਪੁਰ ਭਾਈ ਰਣਧੀਰ ਸਿੰਘ ਕੋਲ ਆਉਂਦੇ ਤੇ ਅਸੀਂ ਵੀ ਇਹਨਾਂ ਦੀਆਂ ਗੱਲਾਂ ਬਾਤਾਂ ਸੁਣਦੇ। ਇਸ ਦੀ ਪੁਸ਼ਟੀ ਇੱਕ ਹੋਰ ਇਤਿਹਾਸਕ ਸੋਮੇ ਤੋਂ ਵੀ ਹੁੰਦੀ ਹੈ। ਭਾਈ ਰਣਧੀਰ ਸਿੰਘ ਦੇ ਨੇੜਲੇ ਸਾਥੀ ਭਾਈ ਨਾਹਰ ਸਿੰਘ ਦੇ ਕਥਨ ਮੁਤਾਬਕ ਨਾਰੰਗਵਾਲ ਭਾਈ ਰਣਧੀਰ ਸਿੰਘ ਜੀ ਪਾਸ ਭਾਈ ਨਿਧਾਨ ਸਿੰਘ ਚੋਗਾ, ਭਾਈ ਉੱਤਮ ਸਿੰਘ ਹਾਂਸ, ਭਾਈ ਗਾਂਧਾ ਸਿੰਘ ਆਦਿ ਮੁਖੀ ਸੱਜਣ ਆ ਕੇ ਠਹਿਰਦੇ ਸਨ ਤੇ ਸਾਰੀ ਲਹਿਰ ਦੀ ਖਬਰਸਾਰ ਦੱਸਦੇ ਸਨ। ਇੱਥੇ ਹੀ ਬੱਬਰ ਅਕਾਲੀ ਕਿਸ਼ਨ ਸਿੰਘ ਗੜਗੱਜ ਦੀ
ਰਾਵਲਪਿੰਡੀ ਤੋਂ ਚਿੱਠੀ ਆਈ ਸੀ ਕਿ ਭਾਈ ਅਤਰ ਸਿੰਘ ਨੂੰ ਸਾਡੇ ਪਾਸ ਭੇਜ ਦਿਓ, ਉਹ ਤੁਹਾਡੀ ਖਬਰਸਾਰ ਸਾਨੂੰ ਦੇ ਜਾਏ ਤੇ ਸਾਡੀ ਖਬਰਸਾਰ ਲੈ ਜਾਏ। ਭਾਈ ਅਤਰ ਸਿੰਘ 25 ਨੰਬਰ ਪਲਟਨ ਵਿੱਚ ਬਿਗਲਰ ਸਨ ਤੇ ਨਾਮ ਕਟਾਏ ਸਨ, ਤੇ ਭਾਈ ਕਿਸ਼ਨ ਸਿੰਘ ਜੀ ਉਸ ਵੇਲੇ ਅਜੇ ਪਲਟਨ ਵਿੱਚ ਹੀ ਸਨ। ਉਹਨਾਂ ਨੂੰ ਉਸ ਵੇਲੇ ਦੀ ਹੀ ਲਾਗ ਲੱਗੀ ਹੋਈ ਸੀ, ਜਿਸ ਕਰਕੇ ਉਹਨਾਂ ਪਿੱਛੋਂ ਜਾ ਕੇ ਬੱਬਰ ਅਕਾਲੀ ਲਹਿਰ ਜਾਰੀ ਕੀਤੀ। ਪ੍ਰਸਿੱਧ ਰਾਈਸ ਸਰਦਾਰ ਹਰਚੰਦ ਸਿੰਘ ਲਾਇਲਪੁਰੀ ਦਾ ਜੱਦੀ ਪਿੰਡ ਸੁਰ ਸਿੰਘ ਸੀ। ਲਾਇਲਪੁਰ ਵਿੱਚ ਸਰਦਾਰ ਹਰਚੰਦ ਸਿੰਘ ਦੀ ਕੋਠੀ ਸ਼ਹਿਰੋਂ ਬਾਹਰ ਕੋਈ ਅੱਧ ਕੁ ਮੀਲ ਦੀ ਵਿੱਥ ਤੇ ਸੀ। ਇਹ ਉਸ ਵੇਲੇ ਦੇ ਇਨਕਲਾਬੀਆਂ ਦੀ ਗੁਪਤ ਠਾਰ ਬਣੀ ਹੋਈ ਸੀ। ਸਰਦਾਰ ਤੇਜਾ ਸਿੰਘ ਚੂੜਕਾਣਾ ਦੇ ਬਿਆਨ ਅਨੁਸਾਰ ਸਰਦਾਰ ਜਗਤ ਸਿੰਘ ਸੁਰ ਸਿੰਘੀਏ ਨਾਲ ਭਾਈ ਕਰਤਾਰ ਸਿੰਘ ਸਰਾਭਾ ਵੀ ਇਹਨਾਂ ਕੋਲ ਇੱਕ ਵਾਰ ਆ ਕੇ ਠਹਿਰਿਆ ਸੀ, ਤੇ ਇੱਥੇ ਹੀ ਉਸ ਦੀ ਮੁਲਾਕਾਤ ਸਰਦਾਰ ਤੇਜਾ ਸਿੰਘ ਸਮੁੰਦਰੀ ਨਾਲ ਹੋਈ ਸੀ। ਕਿਹਾ ਜਾਂਦਾ ਹੈ ਕਿ ਸਰਦਾਰ ਤੇਜਾ ਸਿੰਘ ਸਮੁੰਦਰੀ ਇਸ ਜੋਸ਼ੀਲੇ ਤੇ ਦ੍ਰਿੜ ਇਰਾਦੇ ਵਾਲੇ ਨੌਜਵਾਨ ਇਨਕਲਾਬੀ ਨੂੰ ਮਿਲ ਕੇ ਬਹੁਤ ਖੁਸ਼ ਹੋਏ ਸਨ। ਸਰਦਾਰ ਹਰਚੰਦ ਸਿੰਘ ਦੀਆਂ ਇਨਕਲਾਬੀ ਸਾਂਝਾਂ ਤੋਂ ਅੰਗਰੇਜ਼ ਸਰਕਾਰ ਅਵੇਸਲੀ ਨਹੀਂ ਸੀ। ਉਹਨਾਂ CID ਦਾ ਇੱਕ ਸਿਪਾਹੀ ਇਹਨਾਂ ਉੱਤੇ ਨਿਗਰਾਨੀ ਰੱਖਣ ਲਈ ਪੱਕਾ ਹੀ ਇਹਨਾਂ ਮਗਰ ਲਾਇਆ ਹੋਇਆ ਸੀ। ਇਹਨਾਂ ਦੀ ਕੋਠੀ ਕਿਉਂਕਿ ਸ਼ਹਿਰੋਂ ਬਾਹਰ ਉਜਾੜ ਵਿੱਚ ਸੀ, ਜਿੱਥੇ ਨੇੜੇ ਤੇੜੇ ਹੋਰ ਕੋਈ ਮਕਾਨ ਆਦਿ ਨਹੀਂ ਸੀ, ਇਸ ਲਈ CID ਦੇ ਇਸ ਬੰਦੇ ਨੂੰ ਰਾਤ ਨੂੰ ਕੋਠੀ ਦੀ ਨਿਗਰਾਨੀ ਕਰਨੀ ਮੁਸ਼ਕਲ ਸੀ। ਰਾਤ ਨੂੰ ਉਹ ਸੌਣ ਲਈ ਘਰ ਚਲਾ ਜਾਂਦਾ ਸੀ। ਇਸ ਕਰਕੇ ਗਦਰੀ ਸੰਗਰਾਮੀਏ ਸਰਦਾਰ ਹਰਚੰਦ ਸਿੰਘ ਦੀ ਕੋਠੀ ਜ਼ਿਆਦਾਤਰ ਰਾਤ ਨੂੰ ਹੀ ਆਉਂਦੇ ਸਨ ਅਤੇ ਸਵੇਰੇ ਦਿਨ ਚੜ੍ਹਨ ਤੋਂ ਪਹਿਲਾਂ ਹੀ ਉੱਥੋਂ ਖਿਸਕ ਜਾਂਦੇ ਸਨ। ਗਦਰ ਪਾਰਟੀ ਨੇ ਸਿੱਖ ਜਨਤਾ ਨੂੰ ਅੰਗਰੇਜ਼ ਸਰਕਾਰ ਵਿਰੁੱਧ ਲੜਾਈ ਉਭਾਰਨ ਦੇ ਮੰਤਵ ਨਾਲ ਗੁਰਦੁਆਰਾ ਰਕਾਬਗੰਜ ਦੇ ਮਸਲੇ ਤੇ ਇੱਕ ਉਚੇਚਾ ਕਿਤਾਬਚਾ ਰਕਾਬਗੰਜ ਦਾ ਦੁਖੜਾ ਉਰਦੂ ਵਿੱਚ ਛਾਪ ਕੇ ਸਿੱਖਾਂ ਅੰਦਰ ਵੰਡਿਆ। ਸਮਕਾਲੀ ਧਾਰਮਿਕ ਤੇ ਰਾਜਸੀ ਮਾਹੌਲ ਨੇ ਸਿੱਖ ਸ਼ਰਧਾਲੂਆਂ ਦੇ ਮਨਾਂ ਨੂੰ ਕਿਸ ਕਦਰ ਪ੍ਰਭਾਵਿਤ ਕੀਤਾ, ਇਸ ਦਾ ਇਸ਼ਾਰਾ ਗਿਆਨੀ ਹਰਭਜਨ ਸਿੰਘ ਚਮਿੰਡਾ ਦੇ ਹੇਠ ਦਿੱਤੇ ਕਥਨ ਤੋਂ ਮਿਲਦਾ ਹੈ। ਕਾਮਾਗਾਟਾ ਮਾਰੂ ਦੇ ਹਾਦਸੇ ਤੇ ਗੁਰਦੁਆਰਾ ਰਕਾਬਗੰਜ ਦੀ ਕੰਧ ਨੂੰ ਢਾਹੇ ਜਾਣ ਨੇ ਸਾਡੇ ਸਾਰੇ ਜਥੇ ਵਿੱਚ ਜੋਸ਼ ਪੈਦਾ ਕਰ ਦਿੱਤਾ। ਇਸ ਵੇਲੇ ਗਦਰ ਪਾਰਟੀ ਦੇ ਬਹੁਤ ਸਾਰੇ ਮੈਂਬਰ ਅਮਰੀਕਾ ਵਿੱਚੋਂ ਸਹੁੰ ਖਾ ਕੇ ਗਦਰ ਪਾਰਟੀ ਲਈ ਤੇ ਅੰਗਰੇਜ਼ਾਂ ਨੂੰ ਭਾਰਤ ਵਿੱਚੋਂ ਕੱਢਣ ਦਾ ਪ੍ਰਣ ਲੈ ਕੇ ਪੰਜਾਬ ਪਹੁੰਚ ਚੁੱਕੇ ਸਨ। ਸਰਦਾਰ ਕਰਤਾਰ ਸਿੰਘ ਸਰਾਭਾ ਵੀ ਇਹਨਾਂ ਵਿੱਚੋਂ ਇੱਕ ਸੀ। ਇਹ ਅਮਰੀਕਾ ਇੰਜੀਨੀਅਰਿੰਗ ਦਾ ਕੋਰਸ ਪਾਸ ਕਰਨ ਲਈ ਗਿਆ ਸੀ, ਪਰ ਜਦੋਂ ਇਸ ਨੇ ਉੱਥੇ ਆਪਣੇ ਦੇਸ਼ ਵਾਸੀਆਂ ਨਾਲ ਦੁਰਵਿਵਹਾਰ ਹੁੰਦਾ ਵੇਖਿਆ ਤਾਂ ਉਸ ਦਾ ਅੰਦਰਲਾ ਕੂਕ ਉੱਠਿਆ। ਉਸ ਨੇ ਫੈਸਲਾ ਕੀਤਾ ਕਿ ਅੰਗਰੇਜ਼ਾਂ ਨੂੰ ਹਿੰਦੁਸਤਾਨ ਵਿੱਚ ਨਹੀਂ ਰਹਿਣ ਦੇਣਾ। ਇਸ ਮਨੋਰਥ ਲਈ ਮੈਂ ਵੀ ਕਰਤਾਰ ਸਿੰਘ ਸਰਾਭਾ ਨਾਲ ਰਲ ਗਿਆ। ਸਿੱਖਾਂ ਦੀ ਤੁਲਨਾ ਵਿੱਚ ਦੂਸਰੇ ਦੋਨੋਂ ਧਾਰਮਿਕ ਭਾਈਚਾਰਿਆਂ ਹਿੰਦੂਆਂ ਤੇ ਮੁਸਲਮਾਨਾਂ ਦੀ ਅੰਤਰਮੁਖੀ ਦਸ਼ਾ ਬਹੁਤ ਅਲੱਗ ਸੀ। ਇਹਨਾਂ ਵਰਗਾਂ ਦਾ ਧਾਰਮਿਕ ਮਸਲਿਆਂ ਨੂੰ ਲੈ ਕੇ ਅੰਗਰੇਜ਼ ਸਰਕਾਰ ਨਾਲ ਕੋਈ ਵੱਡਾ ਟਕਰਾਅ ਪੈਦਾ ਨਹੀਂ ਹੋਇਆ ਸੀ। ਬਸਤੀਵਾਦੀ ਸਰਕਾਰ ਨੇ ਸਿੱਖਾਂ ਦੇ ਧਾਰਮਿਕ ਤੇ ਵਿਦਿਅਕ ਅਸਥਾਨਾਂ ਨੂੰ ਆਪਣੇ ਕੰਟਰੋਲ ਹੇਠ ਰੱਖਣ ਲਈ ਜਿੰਨੇ ਉਚੇਚੇ ਯਤਨ ਕੀਤੇ ਸਨ, ਦੂਸਰੇ ਧਾਰਮਿਕ ਭਾਈਚਾਰਿਆਂ ਦੇ ਮਾਮਲੇ ਵਿੱਚ ਉਸ ਨੇ ਇਸ ਮਾਮਲੇ ਵਿੱਚ ਮੁਕਾਬਲਤਨ ਨਿਰਲੇਪ ਰਹਿਣ ਦੀ ਕੋਸ਼ਿਸ਼ ਕੀਤੀ ਸੀ। ਇਸ ਦਾ ਮੁੱਖ ਕਾਰਨ ਇਹ ਸੀ ਕਿ ਬਸਤੀਵਾਦੀ ਹਾਕਮ ਜਿਸ ਕਦਰ ਸਿੱਖਾਂ ਦੇ ਧਾਰਮਿਕ ਉਭਾਰ ਤੋਂ ਰਾਜਸੀ ਖਤਰਾ ਮਹਿਸੂਸ ਕਰਦੇ ਸਨ, ਉਸ ਕਦਰ ਕਿਸੇ ਹੋਰ ਧਾਰਮਿਕ ਭਾਈਚਾਰੇ ਤੋਂ ਨਹੀਂ। ਇਸ ਦੇ ਦੋ ਕਾਰਨ ਮੰਨੇ ਜਾ ਸਕਦੇ ਹਨ। ਪਹਿਲੀ ਗੱਲ ਇਹ ਕਿ ਹੋਰਨਾਂ ਧਾਰਮਿਕ ਪਰੰਪਰਾਵਾਂ ਦੀ ਤੁਲਨਾ ਵਿੱਚ ਸਿੱਖ ਧਰਮ ਤੇ ਰਵਾਇਤਾਂ ਅੰਦਰ ਜ਼ੁਲਮ ਤੇ ਅਨਿਆਂ ਦੇ ਵਿਰੁੱਧ ਲੜਨ ਲਈ ਬਹੁਤ ਹੀ ਜ਼ੋਰਾਵਰ ਪ੍ਰੇਰਨਾ ਮਿਲਦੀ ਹੈ। ਇਸ ਵਜ੍ਹਾ ਕਰਕੇ ਇਤਿਹਾਸ ਵਿੱਚ ਇਹ ਗੱਲ ਵਾਰ-ਵਾਰ ਪ੍ਰਗਟ ਹੋਈ ਹੈ ਕਿ ਜ਼ੁਲਮ ਤੇ ਬੇਇਨਸਾਫੀ ਦੀ ਸੂਰਤ ਵਿੱਚ ਸਿੱਖਾਂ ਦਾ ਧਾਰਮਿਕ ਜਜ਼ਬਾ ਬਹੁਤ ਛੇਤੀ ਤੇ ਸਿੱਧੇ ਰੂਪ ਵਿੱਚ ਰਾਜਸੀ ਵੰਗਾਰ ਵਿੱਚ ਪਲਟ ਜਾਂਦਾ ਹੈ, ਜਿਸ ਕਰਕੇ ਇਤਿਹਾਸ ਅੰਦਰ ਹਰੇਕ ਜ਼ਾਲਮ ਰਾਜ ਨੂੰ ਸਿੱਖਾਂ ਦੇ ਧਾਰਮਿਕ ਉਭਾਰ ਤੋਂ ਹਮੇਸ਼ਾ ਹੀ ਗੰਭੀਰ ਰਾਜਸੀ ਖਤਰਾ ਦਿਖਾਈ ਦਿੱਤਾ ਹੈ। ਦੂਸਰੀ ਗੱਲ, ਜਿਵੇਂ ਕਿ ਪੰਜਾਬ ਦੇ ਲੈਫਟੀਨੈਂਟ ਗਵਰਨਰ ਸਰ ਡੈਨਜ਼ਿਲ ਇਬਰਟਸਨ ਵੱਲੋਂ 30 ਅਪ੍ਰੈਲ 1907 ਨੂੰ ਵਾਇਸਰਾਏ ਤੇ ਗਵਰਨਰ ਜਨਰਲ
ਆਵ ਇੰਡੀਆ ਨੂੰ ਭੇਜੇ ਲਿਖਤੀ ਨੋਟ ਤੋਂ ਸਪਸ਼ਟ ਹੁੰਦਾ ਹੈ। ਅੰਗਰੇਜ਼ ਹਾਕਮ ਇਸ ਗੱਲ ਤੋਂ ਭਲੀ ਭਾਂਤ ਸੁਚੇਤ ਸਨ ਕਿ ਸਿੱਖਾਂ ਨੂੰ ਅਜੇ 60 ਸਾਲ ਹੀ ਹੋਏ ਹਨ ਜਦੋਂ ਉਹ ਪੰਜਾਬ ਉੱਤੇ ਰਾਜ ਕਰਦੇ ਸਨ, ਅਤੇ ਉਹਨਾਂ ਅੰਦਰ ਪੈਦਾ ਹੋਈ ਧਾਰਮਿਕ ਜਾਗਰਤੀ ਲਾਜ਼ਮੀ ਰੂਪ ਵਿੱਚ ਉਹਨਾਂ ਦੀਆਂ ਰਾਜਸੀ ਆਕਾਂਖਿਆਵਾਂ ਨੂੰ ਹੁਲਾਰਾ ਦੇਵੇਗੀ ਅਤੇ ਉਹਨਾਂ ਅੰਦਰ ਆਪਣਾ ਖੁੱਸਿਆ ਹੋਇਆ ਰਾਜ ਮੁੜ ਹਾਸਲ ਕਰਨ ਦੀ ਰੀਝ ਅੰਗੜਾਈ ਲੈ ਲਵੇਗੀ। ਉਕਤ ਨੋਟ ਵਿੱਚ ਗਵਰਨਰ ਜਨਰਲ ਵੱਲੋਂ ਵਾਇਸਰਾਏ ਨੂੰ ਸਿੱਖਾਂ ਦੇ ਧਾਰਮਿਕ ਉਭਾਰ ਨੂੰ ਗੰਭੀਰਤਾ ਨਾਲ ਲੈਣ ਦੀ ਸਾਫ਼ ਤਾਕੀਦ ਕੀਤੀ ਗਈ ਸੀ। ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਗਦਰ ਲਹਿਰ ਦੇ ਉਭਾਰ ਸਮੇਂ ਸਿੱਖਾਂ ਵਾਂਗੂ ਦੂਸਰੇ ਧਾਰਮਿਕ ਭਾਈਚਾਰਿਆਂ ਨੂੰ ਅੰਗਰੇਜ਼ ਸਰਕਾਰ ਵਿਰੁੱਧ ਉਭਾਰਨ ਵਾਲਾ ਜਜ਼ਬਾਤੀ ਤੇ ਸੰਵੇਦਨਸ਼ੀਲ ਮੁੱਦਾ ਕੋਈ ਨਹੀਂ ਸੀ, ਜਿਸ ਕਰਕੇ ਗਦਰ ਲਹਿਰ ਨੂੰ ਜਿੰਨਾ ਭਰਵਾਂ ਹੁੰਗਾਰਾ ਸਿੱਖਾਂ ਵੱਲੋਂ ਮਿਲਿਆ ਉਹਨਾਂ ਹਿੰਦੂਆਂ ਤੇ ਮੁਸਲਮਾਨਾਂ ਵੱਲੋਂ ਨਹੀਂ ਮਿਲਿਆ ਸੀ। ਪਰ ਦੇਸਾਂ ਅੰਦਰ ਤੇ ਦੇਸ਼ ਦੇ ਅੰਦਰ ਵੀ ਹਿੰਦੂਆਂ ਤੇ ਮੁਸਲਮਾਨਾਂ ਚੋਂ ਇੱਕਾ ਦੁੱਕਾ ਵਿਅਕਤੀ ਹੀ ਗਦਰ ਲਹਿਰ ਵਿੱਚ ਸ਼ਾਮਲ ਹੋਏ। ਤੂਫਾਨਾਂ ਦਾ ਸ਼ਾਹ ਸਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ, ਲੇਖਕ ਸਰਦਾਰ ਅਜਮੇਰ ਸਿੰਘ, ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ, ਭਾਗ 23ਵਾਂ। ਪੂਰੀ ਕਿਤਾਬ ਸੁਣਨ ਵਾਸਤੇ YouTube ਚੈਨਲ ਗੁਰਜੰਟ ਸਿੰਘ ਰੂਪੋਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।